ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਖਸ਼ਿਸ਼ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਫੇਸਬੁੱਕ ਲਾਈਵ ਦੇ ਰਾਹੀਂ ਜੋ ਗੁਰਬਾਣੀ ਵਿਚਾਰ ਨਿਰੰਤਰ ਇਹ ਸਮਾਗਮ ਜਿਹੜੇ ਐਪੀਸੋਡ ਨੇ ਇਹ ਚੱਲ ਰਹੇ ਨੇ। ਪਿਛਲੇ ਕੁਝ ਸਮੇਂ ਤੋਂ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਪਹਿਲਾਂ ਇਸ ਉੱਪਰ ਪਾਈ ਗਈ ਸੀ। ਉਸ ਤੋਂ ਬਾਅਦ ਸ੍ਰੀ ਆਸਾ ਜੀ ਕੀ ਵਾਰ ਦੀ ਅੰਮ੍ਰਿਤਮਈ ਕਥਾ ਦੀ ਸ਼ੁਰੂਆਤ ਕੀਤੀ ਗਈ ਹੈ। ਆਸਾ ਕੀ ਵਾਰ ਦੀ ਕਥਾ ਤਕਰੀਬਨ ਹੁਣ ਤੱਕ 6 ਪੌੜੀਆਂ ਤੱਕ ਵਿਚਾਰ ਕਰ ਚੁੱਕੇ ਹਾਂ। 5 ਪੌੜੀਆਂ ਤੱਕ ਖਿਮਾ ਕਰਨਾ ਸਲੋਕਾਂ ਸਮੇਤ। 6ਵੀਂ ਪੌੜੀ ਦੀ ਕੱਲ ਪਹਿਲੇ ਸਲੋਕ ਦੀ ਮੁਸਲਮਾਨਾਂ ਸ਼ਿਫਤ ਸ਼ਰੀਅਤ ਦੇ ਸਲੋਕ ਦੀ ਵਿਚਾਰ ਕੀਤੀ ਸੀ। ਅੱਜ ਉਸ ਤੋਂ ਅਗਲਾ ਸਲੋਕ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ ਉਸ ਦੀ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ। ਸਤਿਗੁਰੂ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਸਾ ਕੀ ਵਾਰ ਦੇ ਵਿੱਚ ਤਮਾਮ ਉਹਨਾਂ ਜਿਹੜੇ ਸੰਸਾਰ ਦੇ ਵਿੱਚ ਮਿੱਥ ਚੱਲ ਰਹੀਆਂ ਸਨ, ਕਲਪਨਾ ਦੇ ਆਧਾਰ ਤੇ ਗੱਲਾਂ ਚੱਲ ਰਹੀਆਂ ਸਨ, ਉਹਨਾਂ ਸਾਰਿਆਂ ਦਾ ਖੰਡਨ ਕੀਤਾ ਹੈ। ਆਸਾ ਕੀ ਵਾਰ ਜਾਂ ਇੰਜ ਸੌਖੇ ਸ਼ਬਦਾਂ ਵਿੱਚ ਕਹਿ ਲਓ ਕਿ ਸਿੱਖ ਦੀ ਇੱਕ ਰਹਿਤ ਮਰਿਆਦਾ ਹੈ ਕਿ ਸਿੱਖ ਦੇ ਜੀਵਨ ਦੇ ਵਿੱਚ ਕਿਹੜੇ ਕਰਮ ਕਰਨੇ ਸਿੱਖ ਨੂੰ ਚਾਹੀਦੇ ਹਨ। ਕਿਉਂਕਿ ਆਸਾ ਕੀ ਵਾਰ ਵਿੱਚ ਸੱਚੇ ਪਾਤਸ਼ਾਹ ਨੇ ਉਹਨਾਂ ਤਮਾਮ ਕਰਮ ਕਾਂਡਾਂ ਨੂੰ ਸਿੱਖ ਦੇ ਜੀਵਨ ਦੇ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤਾ ਹੈ ਜਿਹੜੇ ਕਰਮ ਕਾਂਡ ਸਿੱਖ ਮਨੁੱਖ ਦੇ ਜੀਵਨ ਦੇ ਵਿੱਚ ਬੰਦਿਸ਼ ਪੈਦਾ ਕਰਦੇ ਸਨ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜਿਹੜੀ ਸੋਚ ਤੇ ਜਿਹੜੀ ਵਿਚਾਰਧਾਰਾ ਹੈ ਉਹ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਹੈ। ਸਿੱਖ ਨੂੰ ਕਿਸੇ ਤਰੀਕੇ ਦੇ ਕੋਈ ਪਖੰਡ ਕਰਮ ਕਾਂਡ ਕਰਨ ਦੀ ਲੋੜ ਨਹੀਂ। ਸਿੱਖ ਤੇ ਨਿਰੋਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਨਾ ਹੈ, ਸੱਚੀ ਸੁੱਚੀ ਕਿਰਤ ਕਰਨੀ ਹੈ ਤੇ ਮਾਨਵਤਾ ਦਾ ਭਲਾ ਕਰਨਾ ਹੈ ਤੇ ਸੰਸਾਰ ਦੇ ਵਿੱਚ ਪ੍ਰਮਾਤਮਾ ਨੂੰ ਵੇਖਦਿਆਂ ਹੋਇਆਂ ਤਮਾਮ ਲੋਕਾਈ ਨੂੰ ਰੱਬ ਦਾ ਰੂਪ ਜਾਣ ਕੇ ਉਹਨਾਂ ਦੀ ਸੇਵਾ ਕਰਨੀ ਹੈ। ਸੌਖਾ ਜਿਹਾ ਕੰਮ ਹੈ, ਪਰ ਅੱਜ ਸਿੱਖੀ ਦੇ ਵਿੱਚ ਵੀ ਕਈ ਕਰਮ ਕਾਂਡ ਤੁਹਾਨੂੰ ਨਜ਼ਰ ਆਉਂਦੇ ਵੇਖਣਗੇ ਕਿਉਂਕਿ ਸਿੱਖੀ ਦੀ ਪਰਿਭਾਸ਼ਾ ਬਿਲਕੁਲ ਹੀ ਵਿਪਰੀਤ ਗੁਰੂ ਨਾਨਕ ਸਾਹਿਬ ਤੋਂ ਕਰਕੇ ਰੱਖ ਦਿੱਤੀ ਹੈ। ਜਿਹੜੀ ਡੈਫੀਨੇਸ਼ਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਦਿੱਤੀ ਸੀ, ਜਿਸ ਘਾਟ ਤੇ ਜਿਹੜੀ ਸਿੱਖ ਦੀ ਗੁਰੂ ਸਾਹਿਬ ਜੀ ਨੇ ਘੜੀ ਸੀ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਖੋਤੇ ਉੱਪਰ ਸ਼ੇਰ ਦੀ ਖੱਲ ਪਾ ਕੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਸੀ ਕਿ ਬਾਹਰੋਂ ਤੁਸੀਂ ਸ਼ੇਰ ਦੇ ਦਿਸਦੇ ਹੋ ਤੇ ਅੰਦਰ ਖੋਤੇ ਵਾਲਾ ਸੁਭਾਅ ਹੈ ਤੇ ਫਿਰ ਤੁਸੀਂ ਮੇਰੇ ਸਿੱਖ ਨਹੀਂ ਹੋ ਸਕਦੇ। ਸਤਿਗੁਰੂ ਜੀ ਨੇ ਸਿੱਖ ਨੂੰ ਅੰਦਰੋਂ ਬਾਹਰੋਂ ਇੱਕ ਕੀਤਾ ਹੈ। ਪਰ ਅੱਜ ਮੈਨੂੰ ਮਾਫ ਕਰ ਦੇਣਾ, ਇੰਜ ਲੱਗਦਾ ਹੈ ਕਿ ਜਿਵੇਂ ਅਸੀਂ ਅੱਜ ਉਹ ਸ਼ੇਰ ਦੀ ਖੱਲ ਅਸੀਂ ਵੀ ਬਾਹਰੋਂ ਹੀ ਪਾਈ ਹੈ, ਅੰਦਰ ਸੁਭਾਅ ਹਜੇ ਵੀ ਸਾਡੇ ਖੋਤਿਆਂ ਵਰਗੇ ਨੇ। ਇਸੇ ਕਰਕੇ ਦਿਨ ਪ੍ਰਤੀ ਦਿਨ ਮਨਮਤ ਤੇ ਕਰਮ ਕਾਂਡਾਂ ਦੇ ਵਿੱਚ ਸਿੱਖੀ ਉਲਝਦੀ ਜਾ ਰਹੀ ਹੈ। ਕਿਉਂਕਿ ਅਸੀਂ ਅੱਜ ਗੁਰਮਤਿ ਦੇ ਗਾਡੀ ਰਾਹ ਤੇ ਤੁਰਨ ਨੂੰ ਤਿਆਰ ਨਹੀਂ। ਪ੍ਰਚਾਰਕ ਡਰਦਾ ਹੈ ਕਿ ਜੇ ਮੈਂ ਸੱਚ ਦੀ ਗੱਲ ਕਹੀ ਕਿਤੇ ਮੈਨੂੰ ਗੁਰਦੁਆਰੇ ਤੋਂ ਛੁੱਟੀ ਨਾ ਹੋ ਜਾਵੇ। ਪ੍ਰਬੰਧਕ ਸੀਨਾ ਠੋਕ ਕੇ ਤਤ ਗੁਰਮਤਿ ਦੀ ਗੱਲ ਕਰਨ ਦੀ ਬਜਾਏ ਅੱਜ ਗੁਰਦੁਆਰਿਆਂ ਦੇ ਵਿੱਚ ਕਰਮ ਕਾਂਡ ਤੇ ਪਖੰਡ ਵੱਡੇ ਪੱਧਰ ਤੇ ਕੀਤੇ ਜਾ ਰਹੇ ਹਨ। ਥਾਂ ਜਗ੍ਹਾ ਜਾਂ ਸਮਾਂ ਉਹਨਾਂ ਪ੍ਰਚਾਰਕਾਂ ਨੂੰ ਦਿੱਤਾ ਜਾ ਰਿਹਾ ਹੈ ਜਿਹੜੇ ਪ੍ਰਚਾਰਕ ਰੱਜ ਕੇ ਕਰਮ ਕਾਂਡਾਂ ਦੀਆਂ ਗੱਲਾਂ ਕਰਦੇ ਹਨ ਤੇ ਪਖੰਡਾਂ ਦੇ ਵਿੱਚ ਉਲਝਾਉਂਦੇ ਹਨ। ਤੇ ਜਿਹੜੇ ਕਰਮ ਕਾਂਡ ਤੇ ਪਖੰਡਾਂ ਦੀਆਂ ਧੱਜੀਆਂ ਉਡਾਉਣ ਵਾਲੇ ਪ੍ਰਚਾਰਕ ਨੇ ਉਹਨਾਂ ਨੂੰ ਕਦੀ ਵੀ ਕਿਸੇ ਵੀ ਗੁਰਦੁਆਰੇ ਦੇ ਵਿੱਚ ਇੱਕ ਚੰਗੀ ਨਿਗਾਹ ਨਾਲ ਵੇਖਿਆ ਨਹੀਂ ਜਾਂਦਾ, ਨਾ ਉਹਨਾਂ ਦਾ ਸਵਾਗਤ ਕੀਤਾ ਜਾਂਦਾ। ਇੱਕ ਵਹਿਮ ਭੁਲੇਖਾ ਪਾ ਦਿੱਤਾ ਜਾਂਦਾ ਹੈ ਕਿ ਜੇ ਸਾਡੀ ਸੰਗਤ ਤੋੜਦੇ ਹਨ। ਮੈਂ ਇੱਕ ਬੇਨਤੀ ਕਰਾਂ, ਸੰਗਤ ਹਮੇਸ਼ਾ ਇਹ ਚਾਹੁੰਦੀ ਹੈ ਤਤ ਗੁਰਮਤਿ ਦੀ ਗੱਲ ਸਾਡੇ ਤੱਕ ਪਹੁੰਚਾਈ ਜਾਵੇ ਕਿਉਂਕਿ ਸੰਗਤ ਇਹ ਚਾਹੁੰਦੀ ਹੈ ਕਿ ਗੁਰਮਤਿ ਦਾ ਜੋ ਸਹੀ ਜਿਹੜਾ ਮੈਸੇਜ ਹੈ ਉਹ ਸਾਡੇ ਤੱਕ ਡਿਲੀਵਰ ਕੀਤਾ ਜਾਵੇ। ਪਰ ਕਮਾਲ ਦੀ ਗੱਲ ਹੈ ਕਿ ਸੰਗਤ ਤੱਕ ਇਹ ਮੈਸੇਜ ਡਿਲੀਵਰ ਨਹੀਂ ਕਰਨ ਦਿੱਤਾ ਜਾਂਦਾ। ਅੱਜ ਹਰਿਮੰਦਰ ਸਾਹਿਬ ਜੀ ਤੋਂ ਲੈ ਕੇ, ਮਾਫ ਕਰ ਦੇਣਾ ਮੈਨੂੰ, ਤਮਾਮ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਤੱਕ ਹਰ ਇੱਕ ਵਿੱਚ ਕਰਮ ਕਾਂਡ ਰੱਜ ਕੇ ਚੱਲ ਰਹੇ ਹਨ ਜਿਨ੍ਹਾਂ ਦੇ ਰਹਿਤ ਮਰਿਆਦਾ ਵਰਗੀ ਜਿੱਤੇ ਬਹਿਸ ਲਗਾਤਾਰ ਚੱਲਦੀ ਰਹਿੰਦੀ ਹੈ। ਪਰ ਅੱਜ ਉਹ ਰਹਿਤ ਮਰਿਆਦਾ ਇਹਨਾਂ ਅਕਾਲ ਤਖਤ ਸਾਹਿਬ ਤੋਂ ਤੁਰਦੀ ਮਰਿਆਦਾ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਦਮ ਤੋੜ ਦਿੰਦੀ ਹੈ। ਕਿਉਂਕਿ ਅੱਜ ਜਿਹੜੀ ਸਤਿਗੁਰ ਨੇ ਸਿਧਾਂਤ ਜਿਹੜਾ ਗੁਰਬਾਣੀ ਵਿੱਚ ਦਿੱਤਾ ਸੀ
ਉਹ ਤੋਂ ਅਸੀਂ ਮੁਨਕਰ ਹੋ ਗਏ ਹਾਂ। ਕੀਰਤਨ ਤੇ ਸੁਣਾਇਆ ਜਾ ਰਿਹਾ ਹੈ, ਪਰ ਕੀਰਤਨ ਵੀ ਸਿਰਫ ਤੇ ਸਿਰਫ ਇੱਕ ਫਿਲਮੀ ਤਰਜ਼ਾਂ ਤੇ ਫਿਲਮੀ ਧੁਨਾਂ ਤੇ ਰਹਿ ਗਿਆ। ਗੱਲ ਕੀ ਗੁਰਮਤ ਦਾ ਉਪਦੇਸ਼ ਤੇ ਗੁਰਮਤ ਦੀ ਸੋਝੀ ਤੇ ਸਮਝ ਖੰਭ ਲਾ ਕੇ ਉੱਡ ਗਈ ਹੈ। ਇਸੇ ਕਰਕੇ ਅੱਜ ਕਿਤੇ ਵੀ ਸੱਚ ਰੂਪੀ ਚੰਦਰਮਾ ਚੜਿਆ ਨਜ਼ਰ ਨਹੀਂ ਆਉਂਦਾ। ਝੂਠ ਦਾ ਪੁਲੰਦਾ, ਕੂੜ ਦੀ ਰਾਜ ਤੇ ਕੂੜ ਦਾ ਪਰਜਾ ਸਾਰੇ ਬੰਨੇ ਚੱਲ ਰਹੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਸਾ ਕੀ ਵਾਰ ਦੇ ਵਿੱਚ ਰੱਜ ਕੇ ਉਸ ਕੂੜ, ਉਸ ਪ੍ਰਜਾ, ਉਸ ਕੂੜ ਰਾਜੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ, ਕਰਮ ਕਾਂਡਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਲੋਕਾਂ ਨੂੰ ਸੱਚ ਤੇ ਸਿਧਾਂਤ ਦਾ ਹੋਕਾ ਦਿੰਦਿਆਂ ਹੋਇਆਂ ਇੱਕ ਨਿਰੰਕਾਰ ਦੇ ਨਾਲ ਸੋਝੀ ਤੇ ਸਮਝ ਪਾਉਣ ਦਾ ਯਤਨ ਕੀਤਾ। ਅੱਜ ਦੇ ਪਾਵਨ ਜਿਹੜਾ ਪੌੜੀ ਹੈ, ਜਿਹੜੀ ਸ਼ਲੋਕ ਆ, ਇਹਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਜਿਹੜਾ ਉਸ ਸਮੇਂ ਦੇ ਕਰਮ ਕਾਂਡ ਜਿਹੜਾ ਮੁਸਲਮਾਨਾਂ ਵੱਲੋਂ ਕੀਤਾ ਜਾ ਰਿਹਾ ਸੀ, ਉਸ ਇੱਕ ਮਿੱਥ ਨੂੰ ਸਾਹਮਣੇ ਰੱਖਿਆ। ਕਿਉਂਕਿ ਮੁਸਲਮਾਨਾਂ ਦਾ ਇੱਕ ਸੁਭਾਅ ਹੈ ਜਾਂ ਉਹਨਾਂ ਦੇ ਜੀਵਨ ਦੀ ਇੱਕ ਰਸਮ ਹੈ ਕਿ ਜਦੋਂ ਉਹ ਮਨੁੱਖ ਮਰ ਜਾਂਦਾ ਹੈ, ਕੋਈ ਧਰਤੀ ਦੇ ਉੱਪਰੋਂ ਚੜ੍ਹਾਈ ਕਰ ਜਾਂਦਾ ਹੈ, ਤੇ ਉਸ ਨੂੰ ਕਬਰਾਂ ਦੇ ਵਿੱਚ ਦਬਾ ਦਿੱਤਾ ਜਾਂਦਾ ਹੈ। ਇਸ ਮਿੱਥ ਦੇ ਅਧੀਨ ਕਿ ਇੱਕ ਦਿਨ ਫਰਿਸ਼ਤੇ ਆਉਣਗੇ ਤੇ ਇਹਨਾਂ ਦਾ ਨਿਆਂ ਹੋਵੇਗਾ ਤੇ ਇਹ ਸਾਰੇ ਉੱਠ ਪੈਣਗੇ, ਤੇ ਜਿਨ੍ਹਾਂ ਦੇ ਕਰਮ ਚੰਗੇ ਹੋਣਗੇ ਉਹਨਾਂ ਨੂੰ ਬਹਿਸ਼ਤ ਮਿਲ ਜਾਵੇਗੀ, ਤੇ ਜਿਨ੍ਹਾਂ ਦੇ ਕਰਮ ਮਾੜੇ ਹੋਣਗੇ ਉਹ ਦੋਜ਼ਖ ਵੱਲ ਤੋਰ ਦਿੱਤੇ ਜਾਣਗੇ। ਸਤਿਗੁਰੂ ਜੀ ਨੇ ਵਿਅੰਗ ਕੀਤਾ ਉਹਨਾਂ ਦੇ ਉੱਪਰ, ਉਹਨਾਂ ਨਾਲ ਵਿਚਾਰ ਚਰਚਾ ਕੀਤੀ ਤੇ ਇਸ ਸ਼ਲੋਕ ਦੇ ਵਿੱਚ ਉਹ ਵਿਅੰਗ ਨੂੰ ਸਾਡੇ ਸਨਮੁਖ ਰੱਖਿਆ। ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ। ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਐ ਮੁਸਲਮਾਨ ਮੇਰੇ ਵੀਰ, ਮੇਰੇ ਭਰਾ, ਮੈਨੂੰ ਇਹ ਦੱਸ, ਤੂੰ ਕਬਰ ਦੇ ਵਿੱਚ ਮਨੁੱਖ ਨੂੰ ਨੱਪ ਦਿੱਤਾ ਹੈ ਤੇ ਇਹ ਸੋਚ ਰਿਹਾ ਕਿ ਇੱਕ ਦਿਨ ਫਰਿਸ਼ਤੇ ਆਉਣਗੇ ਤੇ ਇਹਨਾਂ ਦਾ ਨਿਆਂ ਹੋਵੇਗਾ। ਪਰ ਉਹ ਜਿਹੜੀ ਮਿੱਟੀ ਹੈ, ਜਿਹੜੀ ਕਬਰਾਂ ਦੇ ਵਿੱਚ ਪਈ ਹੈ, ਉਹ ਘੁਮਿਆਰ ਨੂੰ ਬੜੀ ਚੰਗੀ ਲੱਗਦੀ ਹੈ। ਘੁਮਿਆਰ ਨੂੰ ਕਿਉਂ ਚੰਗੀ ਲੱਗਦੀ ਹੈ? ਕਿਉਂਕਿ ਉਸ ਮਿੱਟੀ ਦੇ ਵਿੱਚ ਬਹੁਤ ਚਿਕਨਾਹਟ ਹੁੰਦੀ ਹੈ। ਉਸ ਮਿੱਟੀ ਦੇ ਵਿੱਚ ਬਹੁਤ ਹੀ ਤਰੀਕੇ ਦੇ ਨਾਲ ਭਾਂਡੇ, ਇੱਟਾਂ ਉਹਦੀਆਂ ਬਹੁਤ ਵਧੀਆ ਬਣਦੀਆਂ ਹਨ। ਤੇ ਘੁਮਿਆਰ ਨੇ ਕੀ ਕੀਤਾ? ਕਬਰਾਂ ਦੀ ਮਿੱਟੀ ਪੱਟ ਕੇ ਖੋਤੇ ਤੇ ਲੱਦ ਕੇ ਆਪਣੇ ਘਰ ਵੱਲ ਲੈ ਆਂਦੀ। ਨਾਲੇ ਇਹਦੇ ਉੱਪਰ ਇੱਕ ਵਿਅੰਗ ਹੋਰ ਬੜਾ ਪਿਆਰਾ ਹੈ। ਆ ਜਿਹੜੇ ਅੱਜ ਕਹਿੰਦੇ ਆ ਨਾ, ਫਲਾਣੇ ਪੀਰ ਦੀ ਸਾਡੇ ਉੱਤੇ ਆਉਂਦੀ ਹੈ, ਪੁੱਛਣਾ ਆਉਂਦੀ ਹੈ। ਅੱਜ ਪਿੰਡਾਂ ਦੇ ਵਿੱਚ ਮੈਂ ਹੈਰਾਨ ਹੁੰਨਾ, ਜਿਉਂਦਿਆਂ ਜੀ ਸਿੱਖ ਕਿਸੇ ਪੀਰ ਤੇ ਕਿਸੇ ਮਸੀਤ ਨੂੰ ਮੰਨਣ ਦੀ ਗੱਲ ਨਹੀਂ, ਪਰ ਮਰਨ ਤੋਂ ਬਾਅਦ ਅੱਜ ਸਿੱਖ ਵੀ ਮੇਰੇ ਉੱਤੇ ਜੀ ਫਲਾਣੇ ਪੀਰ ਦਾ ਸਾਡੇ ਤੇ ਪਹਿਰਾ ਹੈ, ਸਾਡੇ ਉੱਤੇ ਫਲਾਣਾ ਬਾਬਾ ਆਉਂਦਾ ਹੈ। ਅੱਜ ਵੀਰਵਾਰ ਵਾਲੇ ਦਿਨ ਮਸੀਤਾਂ ਦੇ ਉੱਪਰ ਸਿੱਖਾਂ ਦੇ ਬੱਚਿਆਂ ਦੀ ਬਹੁਤਾਤ ਵੱਡੀ ਗਿਣਤੀ ਹੈ ਜਿਹੜੇ ਕਾਲੇ ਟੀਕੇ ਲਾ ਕੇ ਉੱਥੇ ਤੇਲ ਚੜਾਉਂਦੇ ਫਿਰਦੇ ਹਨ। ਕਿਉਂ? ਕਿਉਂਕਿ ਸਾਨੂੰ ਗੁਰਮਤਿ ਦੀ ਗਾਡੀ ਰਾਹ ਤੇ ਤੁਰਨ ਦੀ ਜਿਹੜੀ ਜੁਗਤੀ ਗੁਰੂ ਨਾਨਕ ਸਾਹਿਬ ਨੇ ਸਮਝਾਈ ਸੀ, ਉਹ ਅਸੀਂ ਭੁੱਲਦੇ ਜਾ ਰਹੇ ਹਾਂ। ਅੱਜ ਪੰਜਾਬ ਦੇ ਵਿੱਚ ਹਰ ਚੌਂਕ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਪੀਰ ਦੀ ਮਜ਼ਾਰ ਤੇ ਪੀਰ ਦੀ ਮਸੀਤ ਮਿਲ ਜਾਵੇਗੀ, ਤੇ ਉਹਨਾਂ ਮਜ਼ਾਰਾਂ ਦੇ ਉੱਪਰ ਬੈਠ ਕੇ ਤੇ ਕਈ ਜਿਹੜੇ ਨੇ ਸੂਟੇ ਲਾ ਲਾ ਕੇ ਇਹ ਦੱਸ ਰਹੇ ਹਨ ਕਿ ਦੇਖੋ ਜੀ, ਇਹ ਸਾਡੇ ਜਿਹੜੇ ਨੇ ਫਲਾਨਾ ਬਾਬਾ ਲਾਲ ਬਾਦਸ਼ਾਹ ਹੈ, ਫਲਾਨਾ ਬਾਦਸ਼ਾਹ ਹੈ। ਹੁਣ ਮੈਂ ਹੈਰਾਨੀ ਇਸ ਗੱਲ ਦੀ ਹੈ ਕਿ ਨਸ਼ਾ ਕਿਹੜਾ ਧਰਮ ਪ੍ਰਮੋਟ ਕਰਦਾ? ਕੋਈ ਵੀ ਧਰਮ ਜਿਹੜਾ ਸੱਚਮੁੱਚ ਰੱਬ ਦੀ ਗੱਲ ਕਰਦਾ ਹੈ, ਉਹ ਨਸ਼ੇ ਨੂੰ ਨਹੀਂ ਪ੍ਰਮੋਟ ਕਰਦਾ। ਕਿਉਂਕਿ ਨਸ਼ਾ ਪੀ ਕੇ ਪੈ ਰਹਿਣਾ ਧਰਮ ਨਹੀਂ, ਇਹਦੇ ਨਾਲ ਰੱਬ ਨਹੀਂ ਮਿਲਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਉਹਨਾਂ ਪੀਰਾਂ ਦੀਆਂ ਮਜ਼ਾਰਾਂ, ਮਸੀਤਾਂ ਤੋਂ ਸਾਨੂੰ ਦੂਰ ਕਰ ਦਿੱਤਾ। ਸਤਿਗੁਰੂ ਜੀ ਨੇ ਸਾਨੂੰ ਇੱਕ ਅਕਾਲ ਪੁਰਖ ਦੇ ਲੜ ਲਾਇਆ, ਵਾਹਿਗੁਰੂ ਦੇ ਲੜ। ਇਸੇ ਕਰਕੇ ਇਹ ਉਦਾਹਰਨ ਦਿੱਤੀ ਸਤਿਗੁਰੂ ਜੀ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ। ਕਹਿੰਦੇ ਜਿਹੜੀ ਉਹ ਮਿੱਟੀ ਐ ਮੇਰੇ ਵੀਰ, ਜਿਹੜੀ ਉਹ ਕਬਰਾਂ ਦੀ ਮਿੱਟੀ, ਉਹ ਮੁਸਲਮਾਨ ਮੇਰੇ ਵੀਰ, ਉਹ ਪੈ ਗਈ ਪੱਲੇ ਘੁਮਿਆਰ ਦੇ। ਘੁਮਿਆਰ ਨੇ ਕੀ ਕੀਤਾ? ਉਹ ਮਿੱਟੀ ਲੈ ਆਂਦੀ ਤੇ ਆਪਣੇ ਘਰ ਦੇ ਵਿੱਚ ਲਿਆ ਕੇ ਉਹ ਚ ਪਾਣੀ ਪਾ ਕੇ ਉਹਦਾ ਗਾਰਾ ਬਣਾ ਲਿਆ। ਫਿਰ ਕੀ ਕੀਤਾ? ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਉਹਦੀਆਂ ਇੱਟਾਂ ਸਾਂਚੇ ਵਿੱਚ ਪਾ ਕੇ ਘੜ ਲਈਆਂ, ਭਾਂਤ ਭਾਂਤ ਦੇ ਭਾਂਡੇ ਘੜ ਲੈ। ਤੇ ਹੁਣ ਉਹ ਜਦੋਂ ਅੱਗ ਦੇ ਵਿੱਚ ਪੈ ਕੇ ਸੜਦੀਆਂ ਹਨ, ਅੰਗਿਆਰੇ ਨਿਕਲਦੇ ਹਨ, ਤੇ ਸਭ ਕਹਿੰਦੇ ਕਿਤੇ ਇੰਜ ਤੇ ਨਹੀਂ, ਉਹਦੇ ਵਿੱਚ ਬੈਠੀ ਜਿਹੜੀ ਉਹ ਮਿੱਟੀ ਹੈ ਤੇਰੀ ਕਬਰਾਂ ਦੀ, ਉਹ ਜਲਦੀ ਹੋਈ ਪੁਕਾਰ ਕਰ ਰਹੀ ਹੈ, ਸੜਦੀ ਹੈ, ਬਲਦੀ ਹੈ। ਇਵੇਂ ਹੀ ਇਹ ਭਾਈ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੈ, ਰਹਿਮਤ ਹੈ ਕਿ ਮਨੁੱਖ ਨੂੰ ਸੱਚ ਦਾ
ਗਿਆਨ ਤੇ ਸੋਝੀ ਤੇ ਉਹਨੇ ਸਮਝ ਦੀ ਦਿੱਤੀ ਹੈ। ਤੇ ਕਹਿੰਦੇ ਜਿਸ ਤਰ੍ਹਾਂ ਉਹ ਮਿੱਟੀ ਜਦੋਂ ਘੁਮਿਆਰ ਦੇ ਵਸ ਪੈਂਦੀ ਹੈ, ਘੁਮਿਆਰ ਉਹਦੀਆਂ ਇੱਟਾਂ ਘੜ ਕੇ ਉਹਨੂੰ ਪੱਕੀਆਂ ਕਰਨ ਵਾਸਤੇ ਅੱਗ ਦੇ ਵਿੱਚ ਰੱਖ ਦਿੰਦਾ ਹੈ। ਜਲ ਜਲ ਰੋਵੇ ਬੱਪੜੀ, ਝੜ ਝੜ ਪਵੇਂ ਅੰਗਿਆਰ। ਸਾਹਿਬ ਜੀ ਕਹਿੰਦੇ ਨੇ ਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿੱਚੋਂ ਅੰਗਿਆਰ ਝੜ ਝੜ ਕੇ ਡਿੱਗਦੇ ਹਨ। ਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਮੇਰਾ ਤੇ ਇੱਕ ਨਿਰਣਾ ਹੈ, ਮੇਰਾ ਤੇ ਇੱਕ ਖਿਆਲ ਹੈ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ ਕਰਤਾਰ। ਮੇਰਾ ਇੱਕ ਨਿਰਣਾ ਇਹ ਹੈ ਕਿ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ, ਮੇਰੇ ਪਾਤਸ਼ਾਹ ਕਹਿੰਦੇ ਨੇ, ਜਿਸ ਕਰਤਾਰ ਨੇ ਇਹ ਸਾਰਾ ਜਗਤ ਰਚਿਆ ਹੈ, ਜਿਸ ਨੇ ਇਹ ਸਾਰੀ ਰਚਨਾ ਬਣਾਈ ਹੈ, ਉਹੀ ਇਸ ਅਸਲ ਭੇਦ ਨੂੰ ਜਾਣਦਾ ਹੈ ਕਿ ਜੀਵਾਂ ਦੇ ਕਿਹੜੇ ਕਰਮ ਨਿਰੰਕਾਰ ਦੇ ਘਰ ਦੇ ਵਿੱਚ ਪ੍ਰਵਾਨ ਹੁੰਦੇ ਹਨ। ਕਿਸੇ ਤਰੀਕੇ ਦੇ ਨਾਲ ਭਾਵੇਂ ਜਿਹੜੇ ਬੰਦੇ ਦੇ ਸਵਾਸ ਨਿਕਲ ਗਏ, ਹੁਣ ਉਹਦੇ ਸਰੀਰ ਨੂੰ ਭਾਵੇਂ ਕੋਈ ਮਿੱਟੀ ਦੇ ਵਿੱਚ ਨੱਪ ਦੇਵੇ, ਭਾਵੇਂ ਉਹਨੂੰ ਕੋਈ ਸਾੜ ਦੇਵੇ, ਭਾਵੇਂ ਕੋਈ ਉਹਨੂੰ ਕਿਤੇ ਸੁੱਟ ਦੇਵੇ, ਇਹਦਾ ਉਹਦੇ ਨਾਲ ਕੋਈ ਲਾਭ ਕੋਈ ਫਾਇਦਾ ਨਹੀਂ, ਕਿਉਂਕਿ ਸਰੀਰ ਤੇ ਇੱਕ ਕੱਪੜਾ ਹੈ। ਇਹਨੂੰ ਹੁਣ ਭਾਵੇਂ ਕੋਈ ਸਾੜ ਦਿਓ, ਭਾਵੇਂ ਪਾਣੀ ਵਿੱਚ ਸੁੱਟ ਦਿਓ, ਭਾਵੇਂ ਦਬ ਦਿਓ। ਸਤਿਗੁਰੂ ਜੀ ਨੇ ਇਸ ਸ਼ਲੋਕ ਦੇ ਵਿੱਚ ਸਿੱਖੀ ਦਾ ਮੌਲਿਕ ਸਿਧਾਂਤ ਸਾਹਮਣੇ ਲਿਖ ਕੇ ਰੱਖਿਆ। ਸਾਹਿਬ ਕਹਿੰਦੇ ਨੇ ਜਦ ਤੱਕ ਇਸ ਸਰੀਰ ਦੇ ਵਿੱਚ ਆਤਮਾ ਹੈ, ਇਹ ਸਰੀਰ ਤੁਰ ਫਿਰ ਰਿਹਾ ਹੈ, ਇਸ ਆਤਮਾ ਜਿੱਦਣ ਪਰਮਾਤਮਾ ਦੇ ਵਿੱਚ ਲੀਨ ਹੋ ਗਈ, ਇਸ ਸਰੀਰ ਦਾ ਕੋਈ ਇਸ ਸਰੀਰ ਤੋਂ ਡਰਨ ਦੀ ਕੋਈ ਲੋੜ ਨਹੀਂ, ਇਸ ਸਰੀਰ ਦੀ ਕੋਈ ਬੁੱਕਤ ਨਹੀਂ। ਇਸ ਸਰੀਰ ਨੂੰ ਭਾਵੇਂ ਤੁਸੀਂ ਵਹਿੰਦੇ ਦਰਿਆ ਵਿੱਚ ਰੋੜ ਦਿਓ, ਭਾਵੇਂ ਦੱਬ ਦਿਓ, ਭਾਵੇਂ ਇਹਨੂੰ ਤੁਸੀਂ ਕੁੱਤਿਆਂ ਦੇ ਅੱਗੇ ਸੁੱਟ ਦਿਓ, ਜਾਨਵਰਾਂ ਦੇ ਅੱਗੇ ਸੁੱਟ ਦਿਓ, ਕੋਈ ਮਤਲਬ ਹੀ ਨਹੀਂ, ਭਾਵੇਂ ਚਿੱਕੜ ਦੇ ਵਿੱਚ ਸੁੱਟ ਦਿਓ। ਇਸੇ ਕਰਕੇ ਸਾਹਿਬ ਕਹਿੰਦੇ ਨੇ ਇਹ ਵਾਹਿਗੁਰੂ ਪ੍ਰਭੂ ਪਰਮਾਤਮਾ ਹੀ ਜਾਣਦਾ ਹੈ, ਇਹ ਨਿਰੰਕਾਰ ਨੂੰ ਹੀ ਪਤਾ ਹੈ ਕਿ ਮਨੁੱਖ ਦੇ ਕੀਤੇ ਹੋਏ ਕਰਮਾਂ ਦਾ ਨਿਬੇੜਾ ਕਿਵੇਂ ਹੋਣਾ ਹੈ। ਪਰ ਜਿਹੜੇ ਚੰਗੇ ਕਰਮ ਕਰਦੇ ਨੇ ਉਹ ਵਾਹਿਗੁਰੂ ਪ੍ਰਭੂ ਦੇ ਚਰਨਾਂ ਦੇ ਵਿੱਚ ਸਮੋਏ ਰਹਿੰਦੇ ਹਨ, ਵਾਹਿਗੁਰੂ ਦੇ ਹੁਕਮ ਦੇ ਵਿੱਚ ਤੁਰੇ ਰਹਿੰਦੇ ਹਨ। ਅਸੀਂ ਆਪਣੇ ਮਨ ਨੂੰ ਨਿਰਮਲ ਕਰਕੇ ਪ੍ਰਭੂ ਪਰਮਾਤਮਾ ਦੇ ਨਾਲ ਇਕਮਿਕ ਹੋਣਾ ਹੈ। ਸੋ ਅੱਜ ਦੇ ਸ਼ਲੋਕ ਦੇ ਵਿੱਚ ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਹਨ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਹੇ ਨਾਨਕ, ਜਿਸ ਕਰਤਾਰ ਨੇ ਇਹ ਜਗਤ ਦੀ ਮਾਇਆ ਰਚੀ ਹੈ ਉਹੀ ਅਸਲ ਭੇਦ ਜਾਣਦਾ ਹੈ, ਉਸੇ ਨੂੰ ਇਹ ਸਮਝ ਤੇ ਇਹ ਸੋਝੀ ਹੈ। ਸੋ ਸਾਨੂੰ ਚਾਹੀਦਾ ਹੈ ਅਸੀਂ ਉਹਦੇ ਅੱਗੇ ਅਰਦਾਸ ਕਰੀਏ, ਤਰਲਾ ਕਰੀਏ ਤੇ ਉਹ ਸਾਡੇ ਤੇ ਕਿਰਪਾ ਕਰੇ, ਸਾਨੂੰ ਆਪਣੇ ਵਰਗਾ ਜੀਵਨ ਦੇ ਦੇਵੇ, ਸਾਡੇ ਵਿੱਚ ਚੰਗੇ ਗੁਣ ਵਸ ਜਾਣ। ਸਾਹਿਬ ਕਹਿੰਦੇ ਇਹਨਾਂ ਕਰਮ ਕਾਂਡਾਂ ਤੋਂ ਉੱਪਰ ਉੱਠਣ ਦੀ ਲੋੜ ਹੈ। ਕਿਸੇ ਪੀਰ, ਕਿਸੇ ਮਜ਼ਾਰ ਨੂੰ, ਕਿਸੇ ਮਸੀਤ, ਕਿਸੇ ਤਰੀਕੇ ਦੀ ਕਬਰ ਨੂੰ ਸਿੱਖ ਨੇ ਨਹੀਂ ਪੂਜਣਾ। ਸਿੱਖ ਨੇ ਪੂਜਣਾ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਨੂੰ। ਇਸੇ ਕਰਕੇ ਇੱਕ ਅਕਾਲ ਪੁਰਖ ਦੇ ਲੜ ਲਾ ਕੇ ਗੁਰੂ ਨਾਨਕ ਸਾਹਿਬ ਨੇ ਸਾਡੇ ਜੀਵਨ ਵਿੱਚੋਂ ਕਰਮ ਕਾਂਡ ਮੁਕਾ ਦਿੱਤੇ ਹਨ। ਸੋ ਅੱਜ ਦੇ ਸ਼ਲੋਕ ਦੀ ਵਿਚਾਰ ਇੱਥੇ ਸਮਾਪਤ ਹੈ। ਕੱਲ ਨੂੰ ਪੌੜੀ ਦੀ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਜੀ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਨੇ, ਆਪ ਗੁਰ ਪਿਆਰੀ ਸੰਗਤ ਬਖਸ਼ਣਯੋਗ ਹੋ। ਗੁਰਦੁਆਰਿਆਂ ਦਾ, ਪ੍ਰਬੰਧਕਾਂ ਦਾ, ਸੰਗਤ ਦਾ, ਪ੍ਰਚਾਰਕਾਂ ਦਾ ਇੱਕ ਫਰਜ਼ ਬਣਦਾ ਹੈ। ਆਓ ਵੀਰੋ ਰਲ ਮਿਲ ਕੇ ਸੱਚ ਦਾ ਹੋਕਾ ਦਈਏ, ਲੋਕਾਂ ਨੂੰ ਗੁਰਮਤ ਨਾਲ ਜੋੜੀਏ, ਗੁਰੂ ਸ਼ਬਦ ਨਾਲ ਜੋੜੀਏ, ਤਾਂ ਹੀ ਹੋ ਸਕਣਗੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਖਰ ਪ੍ਰਭਾਪੇ ਮੇਲੇ। ਭੁੱਲ ਗਲਤੀ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।